ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਤੇ ਮੈਂ ਤੁਹਾਡਾ ਆਪਣਾ ਦੋਸਤ ਜਗਰਾਜ ਸਿੰਘ ਗਿੱਲ। ਦਰਸ਼ਕੋ, ਜਿਸ ਤਰ੍ਹਾਂ ਕਿ ਅਸੀਂ ਆਏ ਦਿਨ ਤੁਹਾਡੇ ਲਈ ਕੋਈ ਇਹੋ ਜਿਹੀ ਜਾਣਕਾਰੀ ਲੈ ਕੇ ਆਉਂਦੇ ਹਾਂ ਜਿਸ ਦੇ ਨਾਲ ਤੁਹਾਡਾ ਕੋਈ ਫਾਇਦਾ ਹੁੰਦਾ ਤੇ ਇਸ ਦੇ ਕੋਈ ਤੁਹਾਨੂੰ ਅਹਿਮ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅੱਜ ਵੀ ਤੁਹਾਡੇ ਲਈ ਅਜਿਹੀ ਹੀ ਜਾਣਕਾਰੀ ਲੈ ਕੇ ਆਏ ਜੋ ਕਿ ਕੈਨੇਡਾ ਜਾਣ ਦੇ ਚਾਹਵਾਨ ਨੇ ਉਹਨਾਂ ਲਈ ਅੱਜ ਦਾ ਪ੍ਰੋਗਰਾਮ ਬਹੁਤ ਹੀ ਲਾਹੇਵੰਦ ਹੋਵੇਗਾ। ਸੋ ਮੇਰੀ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਆ ਜਾਵੇ। ਹੋ ਸਕਦਾ ਤੁਹਾਡਾ ਕੈਨੇਡਾ ਜਾਣ ਦਾ ਜਿਹੜਾ ਸੁਪਨਾ ਇਸ ਪ੍ਰੋਗਰਾਮ ਦੇ ਤਹਿਤ ਪੂਰਾ ਹੋ ਸਕੇ। ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਸਟੂਡੀਓ ਦੇ ਵਿੱਚ ਚੈਲੰਜਰ ਇਮੀਗ੍ਰੇਸ਼ਨ ਤੋਂ ਮਾਰਕੀਟਿੰਗ ਮੈਨੇਜਰ ਕੁਲਜੀਤ ਸਿੰਘ ਜੀ ਤੂਰ ਪਹੁੰਚੇ ਨੇ, ਉਹਨਾਂ ਦਾ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰ ਦਿੰਦੇ ਹਾਂ। ਕੁਲਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਟੂਡੀਓ। ਧੰਨਵਾਦ ਜਗਰਾਜ ਜੀ, ਬਹੁਤ ਬਹੁਤ ਤੁਹਾਡਾ ਵੀ ਜੀ। ਕੁਲਜੀਤ ਜੀ, ਤੁਸੀਂ ਜ਼ਿਆਦਾਤਰ ਹੈਗਾ ਕੈਨੇਡਾ ਦਾ ਹੀ ਕਿਉਂ ਵੀਜ਼ਾ ਜਿਹੜਾ ਅਪਲਾਈ ਕਰਦੇ ਹੋ, ਹੋਰ ਕਿਸੇ ਕੰਟਰੀ ਦਾ ਕਿਉਂ ਨਹੀਂ? ਕਿਉਂਕਿ ਹੋਰ ਜਿਹੜੇ ਇਮੀਗ੍ਰੇਸ਼ਨ ਆ ਉਹ ਕਾਫੀ ਜਿੱਦਾਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਵੀ ਜਿਹੜਾ ਹੈਗਾ ਅਪਲਾਈ ਕਰਦੇ ਆ, ਤੁਸੀਂ ਜਿਹੜਾ ਇਕੱਲਾ ਕੈਨੇਡਾ ਦਾ ਹੀ ਕਿਉਂ ਕਰਦੇ? ਇਹਦੇ ਬਾਰੇ ਕੀ ਜਿਹੜਾ ਮੇਨ ਕਾਰਨ ਕੀ ਹੈ ਇਹਦਾ? ਵੈਸੇ ਇਹ ਤਾਂ ਟ੍ਰੈਂਡ ਬਣ ਗਿਆ ਅੱਜ ਕੱਲ੍ਹ, ਜੋ ਕੋਈ ਵੀ ਕੰਪਨੀ ਮਾਰਕੀਟ ਦੇ ਵਿੱਚ ਨਵੀਂ ਆਉਂਦੀ ਹੈ, ਠੀਕ ਹੈ ਜੀ, ਉਹ ਹਰ ਤਰ੍ਹਾਂ ਦਾ ਵੀਜ਼ਾ, ਹਰ ਕੈਟਾਗਰੀ ਦਾ ਵੀਜ਼ਾ ਔਰ ਹਰ ਕੰਟਰੀ ਦਾ ਵੀਜ਼ਾ ਹੀ ਲਗਾ ਰਹੇ ਆ। ਜੀ ਬਿਲਕੁਲ। ਤੁਸੀਂ ਦੁਬਈ ਗਿਣਿਆ ਹੀ ਨਹੀਂ ਜੀ? ਜੀ ਬਿਲਕੁਲ ਬਿਲਕੁਲ, ਦੁਬਈ ਆ, ਹੋਰ ਵੀ ਕਾਫੀ ਰਹਿ ਗਿਆ, ਅਸੀਂ ਮੇਨ ਜਿਹੜਾ ਦੱਸਿਆ ਕਿ ਸੋ ਇਹ ਇੱਕ ਟ੍ਰੈਂਡ ਬਣ ਗਿਆ ਜੀ। ਪਰ ਮੈਂ ਜੋ ਉਹੀ ਕਹਿ ਰਿਹਾ ਕਿ ਅਸੀਂ ਜੀ ਪਰਫੈਕਸ਼ਨਿਸਟ ਕਾਈਂਡ ਆਫ ਹੈਗੇ ਆ ਜੀ, ਸਾਨੂੰ ਪਰਫੈਕਸ਼ਨ ਦੇ ਨਾਲ ਕੰਮ ਕਰਨਾ ਪਸੰਦ ਹੈ ਜੀ। ਕਿਸੇ ਵੀ ਕਲਾਇੰਟ ਦੀ ਜੋ ਵੀ ਫਾਈਲ ਹੈ ਉਹ ਪ੍ਰੋਪਰ ਢੰਗ ਦੇ ਨਾਲ ਸਬਮਿਟ ਹੋਵੇ, ਸਾਡਾ ਇੱਕ ਗੋਲ ਰਹਿੰਦਾ ਹੈ। ਕਿਉਂਕਿ ਐਂਡ ਆਫ ਦਾ ਡੇ, ਕਿਉਂਕਿ ਜੇ ਵੇਖਿਆ ਜਾਵੇ ਸਪਾਊਸ ਓਪਨ ਵਰਕ ਪਰਮਿਟ ਦੀ ਜਿਹੜੀ ਸਕਸੈਸ ਰੇਸ਼ੋ ਹੈ ਇੰਨੀ ਜ਼ਿਆਦਾ ਕੋਈ ਹਾਈ ਨਹੀਂ ਹੈਗੀ ਜੀ, ਠੀਕ ਹੈ ਜੀ। ਪਰ ਇਹਨੂੰ ਸਕਸੈਸਫੁਲ ਬਣਾਉਣਾ ਤਾਂ ਕੰਸਲਟੈਂਟ ਦਾ ਔਰ ਐਪਲੀਕੈਂਟ ਦਾ ਆਪਣਾ ਹੀ ਫਰਜ਼ ਬਣਦਾ, ਠੀਕ ਹੈ ਜੀ। ਔਰ ਉਹਦੇ ਲਈ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਸਾਡੇ ਘਰੇ ਆਫਿਸ ਦੇ ਵਿੱਚ ਵਿਜ਼ਿਟ ਕਰੋ ਤਾਂ ਤੁਸੀਂ ਦੇਖੋਗੇ ਕਿ ਅਸੀਂ ਫਾਈਲਿੰਗ ਦੇ ਲਈ ਮਤਲਬ ਵੀ ਜਿੰਨੇ ਵੀ ਉਹਨਾਂ ਨੂੰ ਜਿੰਨੇ ਵੀ ਸਾਡੇ ਕਾਈਂਡਸ ਆਫ ਜਿੰਨੇ ਵੀ ਟਾਈਪਸ ਦਾ ਸਾਡਾ ਆਪਣਾ ਕਹਿ ਲਓ ਕਿ ਡਾਕੂਮੈਂਟੇਸ਼ਨ ਹੁੰਦੀ ਹੈ, ਹਰ ਤਰ੍ਹਾਂ ਦੀ ਡਾਕੂਮੈਂਟੇਸ਼ਨ ਨੂੰ ਵੱਖਰਾ ਇੱਕ ਡਿਪਾਰਟਮੈਂਟ ਡੈਡੀਕੇਟ ਕੀਤਾ ਹੋਇਆ ਸੀ ਜੀ, ਠੀਕ ਹੈ ਜੀ। ਫਾਈਨੈਂਸ਼ੀਅਲ ਨੂੰ ਲੁੱਕ ਆਫਟਰ ਕਰਨ ਦੇ ਲਈ ਅਲੱਗ ਹੈ, ਠੀਕ ਹੈ ਜੀ। ਜੇ ਕਹਿ ਲਈਏ ਕਿ ਸਾਡੀਆਂ ਫੋਟੋਜ਼ ਵਗੈਰਾ ਤੁਹਾਡੀਆਂ ਆਉਂਦੀਆਂ, ਤੁਹਾਡੀ ਪਰਸਨਲ ਇਨਫੋਰਮੇਸ਼ਨ ਆਉਂਦੀ ਹੈ, ਫਾਰਮਸ ਫਿਲ ਕਰਨ ਦੀ ਅਲੱਗ-ਅਲੱਗ ਹਰੇਕ ਚੀਜ਼ ਦੇ ਲਈ, ਹਰੇਕ ਕੈਟੇਗਰੀ ਦੇ ਲਈ ਅਸੀਂ ਇੱਕ ਡਿਪਾਰਟਮੈਂਟ ਸੈਟਲ ਕੀਤਾ ਹੋਇਆ ਜੀ। ਸੋ ਸਾਡੇ ਮੁਤਾਬਕ ਜੀ ਇਸ ਜਿਹੜੀ ਫਾਈਲ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਡਿਟੇਲਡ ਡਾਕੂਮੈਂਟੇਸ਼ਨ ਦੀ ਲੋੜ ਪੈਂਦੀ ਹੈ, ਠੀਕ ਹੈ ਜੀ। ਔਰ ਕੋਈ ਵੀ ਹੋਰ ਇਸ ਤਰ੍ਹਾਂ ਦਾ ਵੀਜ਼ਾ ਹੈ ਨਹੀਂਗਾ, ਜੇ ਆਪਾਂ ਕਹੀਏ ਸਟੂਡੈਂਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਇਹਨਾਂ ਦੇ ਵਿੱਚ ਇੰਨੀ ਜ਼ਿਆਦਾ ਡਾਕੂਮੈਂਟੇਸ਼ਨ ਦੀ ਲੋੜ ਨਹੀਂ ਪੈਂਦੀ ਜੀ। ਸੋ ਇਹਨਾਂ ਚੀਜ਼ਾਂ ਨੂੰ ਕਵਰ ਕਰਨ ਦੇ ਲਈ ਟਾਈਮ ਚਾਹੀਦਾ ਹੈ, ਠੀਕ ਹੈ ਜੀ, ਫੋਕਸ ਚਾਹੀਦਾ ਹੈ, ਸਪੈਸ਼ਲਾਈਜੇਸ਼ਨ ਚਾਹੀਦੀ ਹੈ। ਤਾਂ ਹੀ ਕਰਕੇ ਅਸੀਂ ਸਿਰਫ ਇਹੀ ਵੀਜ਼ਾ ਕਰ ਰਹੇ ਹਾਂ ਜੀ। ਸਾਨੂੰ ਵੈਸੇ ਵੇਖਿਆ ਜਾਵੇ ਪਾਸ ਦੇ ਵਿੱਚ ਸਾਨੂੰ ਰੈਫਰੈਂਸ ਦੇ ਉੱਪਰ ਕਈ ਸਾਰੇ ਸਟੂਡੈਂਟ ਵੀਜ਼ੇ ਵੀ ਕਰਨੇ ਪਏ, ਠੀਕ ਹੈ ਜੀ, ਕਿਉਂਕਿ ਜਿਹੜੇ ਸਾਡੇ ਕਲਾਇੰਟ ਸਾਡੇ ਨਾਲ ਬਹੁਤ ਲੰਮੇ ਟਾਈਮ ਤੋਂ ਜੁੜੇ ਹੋਏ ਆ, ਉਹਨਾਂ ਨੇ ਬਹੁਤ ਸਾਡੇ ਤੋਂ ਡਿਮਾਂਡ ਕੀਤੀ ਕਿ ਸਟੂਡੈਂਟ ਵੀਜ਼ੇ ਵੀ ਸਾਡੇ ਅਪਲਾਈ ਕਰਾਓ, ਤੇ ਉਹ ਵੀ ਅਸੀਂ ਕੀਤੇ, ਬਟ ਦੈਟਸ ਫॉर ਓਨਲੀ ਰੈਫਰੈਂਸ ਵਰਕ। ਕੁਲਜੀਤ ਜੀ, ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਕੌਣ ਜਿਹੜਾ ਹੈਗਾ ਅਪਲਾਈ ਕਰ ਸਕਦਾ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਜਿਹੜੀ ਜ਼ਰੂਰ ਦਿੱਤੀ ਜਾਵੇ ਜੀ। ਬੇਸਿਕਲੀ ਜੀ ਦੋ ਕੈਟੇਗਰੀਜ਼ ਆ ਜਿਹੜੀਆਂ ਦੇ ਵਿੱਚ ਕੈਨੇਡਾ ਦੇ ਵਿੱਚ ਅਪਲਾਈ ਕੀਤਾ ਜਾ ਸਕਦਾ ਸਪਾਊਸ ਓਪਨ ਵਰਕ ਪਰਮਿਟ ਜੀ। ਇੱਕ ਤਾਂ ਕੈਟੇਗਰੀ ਹੋ ਗਈ ਜੀ ਉਹਨਾਂ ਐਪਲੀਕੈਂਟਸ ਦੀ ਜਿਨ੍ਹਾਂ ਦੇ ਸਪਾਊਸ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਆ, ਫੁੱਲ ਟਾਈਮ ਸਟੱਡੀ ਕਰ ਰਹੇ ਆ ਜੀ, ਠੀਕ ਹੈ। ਦੂਸਰੀ ਕੈਟੇਗਰੀ ਹੋ ਗਈ ਜਿਨ੍ਹਾਂ ਦੇ ਸਪਾਊਸ ਕੈਨੇਡਾ ਦੇ ਵਿੱਚ ਕੋਈ ਸਕਿਲਡ ਵਰਕਰ ਹੈ ਜਾਂ NOC ਲੈਵਲ 0 A ਜਾਂ B ਦੇ ਵਿੱਚੋਂ ਕੋਈ ਵੀ ਜੌਬ ਕਰ ਰਿਹਾ, ਸੋ ਉਹਨਾਂ ਨੂੰ ਐਲੀਜੀਬਲ ਮੰਨਿਆ ਜਾਊਗਾ ਇਸ ਵੀਜ਼ਾ ਦੇ ਲਈ। ਜੀ ਜੀ ਜੀ, ਬਹੁਤ ਵਧੀਆ। ਸਰ, ਇੱਕ ਗੱਲ ਹੋਰ ਆ, ਇਸ ਵੀਜ਼ੇ ਦੀ ਜਿਹੜੀ ਸਫਲਤਾ ਉਹ ਕਿਹੜੀ ਚੀਜ਼ 'ਤੇ ਨਿਰਭਰ ਕਰਦੀ ਹੈ, ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਜੀ। ਇਸ ਵੀਜ਼ੇ ਦੀ ਜੀ ਸਫਲਤਾ ਮੁੱਖ ਇਨਵਾਈਟਰ ਦੇ ਸਟੇਟਸ 'ਤੇ ਡਿਪੈਂਡ ਕਰਦੀ ਹੈ। ਇਸ ਤੋਂ ਬਿਨਾਂ ਹੋਰ ਵੀ ਫੈਕਟਰਸ ਹੈਗੇ ਆ, ਜਿਵੇਂ ਕਿ ਰਿਲੇਸ਼ਨਸ਼ਿਪ ਆ ਜਿਹੜਾ ਕਪਲ ਦਾ, ਉਹ ਆਪਸ ਦੇ ਵਿੱਚ ਕਿੰਨਾ ਕੁ ਕਿਸ ਤਰ੍ਹਾਂ ਦਾ ਹੈਗਾ, ਹਾਂਜੀ, ਉਹ ਕਿੰਨਾ ਕੁ ਜੈਨੂਇਨ ਕਰਦਾ। ਹਾਂਜੀ ਹਾਂਜੀ, ਕਿਉਂਕਿ ਅੱਜ ਕੱਲ੍ਹ ਜੀ ਇੰਨਾ ਕੁ ਫਰੋਜੂਲੈਂਟ ਐਕਟੀਵਿਟੀਜ਼ ਇੰਨੀਆਂ ਜ਼ਿਆਦਾ ਵੱਧ ਗਈਆਂ ਕਿ ਇਮੀਗ੍ਰੇਸ਼ਨ ਹਰ ਸਹੀ ਤੋਂ ਸਹੀ ਰਿਸ਼ਤੇ ਨੂੰ ਵੀ ਸ਼ੱਕ ਦੀ ਨਿਗਾਹ ਦੇ ਦਾਇਰੇ 'ਚ ਰੱਖਦਾ ਉਹ। ਹਾਂਜੀ ਹਾਂਜੀ। ਇਸ ਤੋਂ ਬਿਨਾਂ ਫਾਈਨੈਂਸ਼ੀਅਲ ਸਟੇਬਿਲਿਟੀ ਆ ਜਾਂਦੀ ਹੈ ਕਿ ਫਾਈਨੈਂਸ਼ੀਅਲੀ ਜਿਹੜਾ ਸਪਾਊਸ ਇੰਡੀਆ ਦੇ ਵਿੱਚੋਂ ਜਿਹੜਾ ਵੀਜ਼ਾ ਅਪਲਾਈ ਕਰ ਰਿਹਾ ਉਹ ਕਿੰਨਾ ਕੁ ਸਟੇਬਲ ਹੈ। ਅੱਗੇ ਮੇਰੇ ਤੁਹਾਨੂੰ ਵਿਆਖਿਆ ਦੇ ਵਿੱਚ ਵੀ ਦੱਸੂਗਾ ਕਿ ਕੀ ਕਾਰਨ ਹੈ, ਇਹਨੂੰ ਕਿਉਂ ਇਸ ਤਰੀਕੇ ਨਾਲ ਵੇਖਿਆ ਜਾਂਦਾ ਜੀ। ਤੇ ਇਸ ਤੋਂ ਬਿਨਾਂ ਇਹਦੇ ਪੁੱਲ ਫੈਕਟਰਸ, ਇਕਨੋਮਿਕ ਔਰ ਫੈਮਿਲੀਅਰ ਜਿਹੜੇ ਪੁੱਲ ਫੈਕਟਰਸ ਆ ਉਹ ਕਿੰਨੇ ਕੁ ਸਟਰੋਂਗ ਹੈ ਕਿ ਜਿਹੜਾ ਇਨਸਾਨ ਵੀਜ਼ਾ ਅਪਲਾਈ ਕਰ ਰਿਹਾ ਹੈ ਇੰਡੀਆ ਦੇ ਵਿੱਚੋਂ, ਉਹਦੇ ਵਾਪਸ ਆਉਣ ਦੇ ਕਿੰਨੇ ਕੁ ਚਾਂਸ ਆ, ਜਾਂ ਉਹ ਇੱਛੁਕ ਲੱਗਦਾ ਵੀ ਹੈ ਕਿ ਵਾਪਸ ਆਊਗਾ, ਕੀ ਉਹਦੇ ਆਰਥਿਕ ਹਾਲਾਤ ਤੇ ਸਮਾਜਿਕ ਹਾਲਾਤ ਆ ਜਿਹੜੇ ਉਹਨੂੰ ਅਲਾਉ ਕਰਦੇ ਆ ਕਿ ਉਹ ਵੀ ਵਾਪਸ ਆ ਕੇ ਇੰਡੀਆ ਦੇ ਵਿੱਚ ਦੁਬਾਰਾ ਸੈਟਲ ਹੋਵੇ, ਤੇ ਉਹ ਸਿਰਫ ਟੈਂਪਰੇਰੀਲੀ ਕੈਨੇਡਾ ਦੇ ਵਿੱਚ ਰਹਿਣ ਲਈ ਜਾਵੇ। ਜੀ ਜੀ ਜੀ। ਦੇਖਿਆ ਜਾਂਦਾ ਕਿ ਕਈ ਵਾਰੀ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ, ਕਈ ਜਿਹੜੇ ਕੈਂਡੀਡੇਟ ਆ ਉਹਨਾਂ ਦਾ ਵੀਜ਼ਾ ਰਿਫਿਊਜ਼ ਵੀ ਹੋ ਜਾਂਦੇ ਨੇ। ਰਿਫਿਊਜ਼ ਹੋਣ ਦਾ ਵੀਜ਼ਾ ਜਿਹੜਾ ਹੈਗਾ ਇਹਦਾ ਮੁੱਖ ਕਾਰਨ ਕੀ ਮੰਨਿਆ ਜਾਂਦਾ, ਕਿਹੜੀਆਂ ਗੱਲਾਂ ਨੂੰ ਲੈ ਕੇ ਰਿਫਿਊਜ਼ ਕੀਤਾ ਜਾਂਦਾ ਜੀ, ਇਹਦੇ ਵਿੱਚ ਕੀ ਕਮੀਆਂ ਰਹਿ ਜਾਂਦੀਆਂ, ਇਹਦੇ ਬਾਰੇ ਵੀ ਜ਼ਰੂਰ।
ਜਗਰਾਜ ਜੀ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਹੈ ਇਹ ਗੱਲ ਬੜੀ ਦੇਖਣ ਦੇ ਵਿੱਚ ਆਈ ਹੈ ਕਿ ਫਾਈਨੈਂਸ਼ੀਅਲ ਸਟੇਬਿਲਿਟੀ ਨੂੰ ਬੜੇ ਹੀ ਸੀਰੀਅਸ ਲੈ ਕੇ ਚੱਲਦੀ ਹੈ ਇਮੀਗ੍ਰੇਸ਼ਨ। ਫਾਈਨੈਂਸ਼ੀਅਲ ਸਟੇਬਿਲਿਟੀ ਦਾ ਮਤਲਬ ਕੀ ਹੈ ਜੀ ਇੱਥੇ ਕਿ ਸਾਡੀ ਕੰਟਰੀ ਦੇ ਵਿੱਚ ਇਮੀਗ੍ਰੇਸ਼ਨ ਦੀ ਨਿਗਾਹ ਦੇ ਵਿੱਚ ਜੇ ਕੋਈ ਇਨਸਾਨ 15 ਤੋਂ 25-30 ਹਜ਼ਾਰ ਦੀ ਜੌਬ ਵੀ ਜੇ ਕਰਦਾ ਜੀ, ਠੀਕ ਹੈ ਜੀ, ਉਹਨੂੰ ਫਾਈਨੈਂਸ਼ੀਅਲੀ ਸਟੇਬਲ ਦੇ ਵਿੱਚ ਗਿਣਿਆ ਜਾਂਦਾ ਹੈ। ਉਹਦੇ ਕੋਲੇ ਖੁਦ ਆਪਣੇ ਫੰਡਸ ਵੀ ਹੋਣੇ ਚਾਹੀਦੇ ਆ ਆਪਣੀ ਫਾਈਨੈਂਸ਼ੀਅਲ ਸਟੇਬਿਲਿਟੀ ਨੂੰ ਸ਼ੋਅ ਕਰਨ ਦੇ ਲਈ, ਠੀਕ ਹੈ ਜੀ, ਤੇ ਉਹਦੇ ਕੋਲ ਇੰਨੀ ਕੁ ਇਨਕਮ ਜ਼ਰੂਰ ਹੋਣੀ ਚਾਹੀਦੀ ਹੈ ਕਿ ਵੀ ਕੱਲ ਨੂੰ ਜੇ ਉਹ ਸੋਚੇ ਕਿ ਵੀ ਮੈਂ ਕੈਨੇਡਾ ਤੋਂ ਵਾਪਸ ਆ ਕੇ ਰਹਿਣਾ ਤਾਂ ਉਹ ਇੰਡੀਆ ਆ ਕੇ ਰਹਿ ਸਕੇ। ਹਾਂਜੀ, ਸੋ ਆਪਣੀ ਜ਼ਿੰਦਗੀ ਨੂੰ ਸੰਤੋਸ਼ਟ ਤਰੀਕੇ ਦੇ ਨਾਲ ਚਲਾ ਸਕੇ। ਸੋ ਇਹ ਚੀਜ਼ ਨੂੰ ਬਹੁਤ ਹੀ ਜ਼ਿਆਦਾ ਧਿਆਨ ਨਾਲ ਲੈ ਕੇ ਚੱਲ ਰਹੀ ਹੈ ਇਮੀਗ੍ਰੇਸ਼ਨ ਅੱਜ ਕੱਲ੍ਹ। ਪਰ ਆਪਣੇ ਯੂਥ ਦੇ ਵਿੱਚ ਜ਼ਿਆਦਾਤਰ ਵੇਖਣ ਵਿੱਚ ਆਉਂਦਾ ਕਿ ਜੀ ਉਹਨਾਂ ਕੋਲ ਜੌਬ ਨਹੀਂ ਹੁੰਦੀ। ਹਾਂਜੀ, ਬਿਲਕੁਲ ਜੀ। ਸੋ ਇਹਨਾਂ ਅਟਕਲਾਂ ਦਾ ਉਹਨਾਂ ਨੂੰ ਅਕਸਰ ਹੀ ਸਾਹਮਣਾ ਕਰਨਾ ਪੈਂਦਾ। ਇਹੀ ਕਾਰਨ ਆ ਵੀ ਜਿਹੜਾ ਵੀਜ਼ਾ ਰਿਫਿਊਜ਼ ਹੋ ਜਾਂਦਾ। ਹਾਂਜੀ ਜੀ ਕੁਲਜੀਤ ਜੀ, ਕੋਈ ਹੋਰ ਵੀ ਕਾਰਨ ਹੈ ਜਿਹਦੇ ਨਾਲ ਵੀਜ਼ਾ ਜਿਹੜਾ ਰਿਫਿਊਜ਼ ਹੋ ਜਾਂਦਾ? ਇਹਦੇ ਵਿੱਚ ਜਿਹੜਾ ਹੋਰ ਵੀ ਕੋਈ ਕਾਰਨ ਹੈ ਕਿ ਨਹੀਂ ਹੈਗਾ? ਹਾਂਜੀ, ਆਫ ਕੋਰਸ ਹੋਰ ਵੀ ਕਾਰਨ ਹੈਗੇ ਆ, ਜਿਵੇਂ ਕਿ ਔਨਗੋਇੰਗ ਰਿਲੇਸ਼ਨਸ਼ਿਪ ਜਿਹੜਾ ਹੈ ਕਪਲ ਦਾ, ਠੀਕ ਹੈ ਜੀ, ਜਿਹੜਾ ਕਪਲ ਹੈ ਜਾਂ ਉਹਨਾਂ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਸ ਫਾਈਲ ਨੂੰ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਆ ਕਿ ਉਹਨਾਂ ਦਾ ਰਿਲੇਸ਼ਨਸ਼ਿਪ ਜਿਹੜਾ ਜੈਨੂਇਨ ਲੱਗਦਾ ਹੀ ਨਹੀਂ। ਹਾਂਜੀ, ਸ਼ੱਕ ਦੇ ਦਾਇਰੇ 'ਚ ਆ ਜਾਂਦਾ। ਹਾਂਜੀ, ਉਹ ਸ਼ੱਕ ਦੇ ਦਾਇਰੇ ਦੇ ਵਿੱਚ ਆ ਜਾਂਦੇ ਆ ਕਿਉਂਕਿ ਕਪਲ ਵੈਸੇ ਵੀ ਅੱਜ ਕੱਲ੍ਹ ਆਪਾਂ ਜੋ ਟ੍ਰੈਂਡ ਦੇਖ ਰਹੇ ਹਾਂ ਕਿ ਬਹੁਤ ਘੱਟ ਟਾਈਮ ਉਹ ਬਤੀਤ ਕਰਦੇ ਆ ਇਕੱਠੇ, ਠੀਕ ਹੈ ਜੀ। ਲੜਕੇ ਲੜਕੀ ਦਾ ਵਿਆਹ ਹੁੰਦਾ ਤੇ ਜਿਹੜੀ ਸਟੱਡੀ ਕਰ ਰਹੀ ਸਟੂਡੈਂਟ ਹੁੰਦੀ ਉਹ ਨਾਲ ਦੀ ਨਾਲ ਕੈਨੇਡਾ ਚਲੇ ਜਾਂਦੀ ਹੈ ਜੀ 10 ਤੋਂ 15 ਦਿਨ ਦੇ 15 ਇੰਨਾ ਕੀ ਸਮਾਂ ਹੁੰਦਾ। ਹਾਂਜੀ, ਤੇ ਇਹ ਚੀਜ਼ਾਂ ਨਾਰਮਲ ਰਿਲੇਸ਼ਨਸ਼ਿਪ ਨੂੰ ਦਰਸਾਉਂਦੀਆਂ ਨਹੀਂ ਦਰਸਾਉਂਦੀਆਂ ਬਿਲਕੁਲ ਜੀ। 15 ਦਿਨ ਦੇ ਵਿੱਚ ਇਹ ਚੀਜ਼ਾਂ ਕਿਸੇ ਵੀ ਐਂਗਲ ਤੋਂ ਨਾਰਮਲ ਨਹੀਂ ਲੱਗਦੀਆਂ। ਬਿਲਕੁਲ। ਸੋ ਇਹ ਇੱਕ ਬਹੁਤ ਵੱਡਾ ਕਾਰਨ ਹੈ ਜੀ। ਇਸ ਤੋਂ ਬਿਨਾਂ ਜੇ ਆਪਾਂ ਵੇਖੀਏ ਅਕਸਰ ਹੀ ਜਿਹੜੇ ਆਪਣੇ ਲੋਕਲ ਜਿਹੜੇ ਏਜੰਟਸ ਹੈਗੇ ਆ ਉਹ ਕੀ ਕਰਦੇ ਆ, ਇਨਫ ਡਾਕੂਮੈਂਟੇਸ਼ਨ ਪ੍ਰੋਵਾਈਡ ਨਹੀਂ ਕਰਦੇ। ਉਹਨਾਂ ਕੋਲੇ ਜੋ ਵੀ ਉਹ ਗੱਲ ਰਿਪਰੈਜ਼ੈਂਟ ਕਰ ਰਹੇ ਹੁੰਦੇ ਆ, ਜੋ ਵੀ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਸਪੋਰਟ ਕਰਨ ਦੇ ਲਈ ਸਪੋਰਟਿਵ ਡਾਕੂਮੈਂਟਸ ਜਿਹੜੇ ਬਹੁਤ ਘੱਟ ਲਾਏ ਜਾਂਦੇ ਆ ਜੀ, ਠੀਕ ਹੈ ਜੀ। ਆਨਲਾਈਨ ਫਾਈਲਾਂ ਦੇ ਵਿੱਚ ਤਾਂ ਵੈਸੇ ਹੀ ਜਿਹੜੀ ਆ ਮੈਮਰੀ ਵਗੈਰਾ ਦੀ ਪ੍ਰੋਬਲਮ ਆਉਂਦੀ ਹੈ ਅਕਸਰ ਹੀ ਏਜੰਟਸ ਨੂੰ ਕਿ ਉਹ ਪ੍ਰੋਪਰ ਜਿਹੜੀ ਡਾਕੂਮੈਂਟੇਸ਼ਨ ਪ੍ਰੋਵਾਈਡ ਹੀ ਨਹੀਂ ਕਰ ਪਾਉਂਦੇ। ਸੋ ਇਹ ਵੀ ਇੱਕ ਮੁੱਖ ਕਾਰਨਾਂ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਿੰਨਾ ਚਿਰ ਅਸੀਂ ਫੁੱਲ ਪਿਕਚਰ ਹੀ ਨਹੀਂ ਦਿਖਾ ਰਹੇ ਇਮੀਗ੍ਰੇਸ਼ਨ ਨੂੰ ਤੇ ਇਮੀਗ੍ਰੇਸ਼ਨ ਸਾਡਾ ਕਿੱਦਾਂ ਯਕੀਨ ਕਰ ਲਵੇ। ਬਿਲਕੁਲ ਸਰ। ਸਰ ਰਿਫਿਊਜ਼ ਹੋਣ ਦੇ ਨਾਲ ਵੀਜ਼ੇ ਤੇ ਬੈਨ ਲੱਗਣ ਦੇ ਵੀ ਕਾਰਨ ਹੁੰਦੇ ਆ। ਬੈਨ ਕਿਉਂ ਲੱਗਦਾ ਵੀਜ਼ੇ ਤੇ? ਕੀ ਸਾਡੇ 'ਚ ਕਮੀਆਂ ਹੁੰਦੀਆਂ ਜਾਂ ਕੀ ਉਹ ਸਹੀ ਤਰ੍ਹਾਂ ਫਾਈਲ ਨਹੀਂ ਅਪਲਾਈ ਕੀਤੀ ਹੁੰਦੀ? ਇਹਦਾ ਕੀ ਕਾਰਨ ਹੈ ਇਹਦਾ ਬੈਨ ਲੱਗਣ ਦਾ? ਦੇਖੋ ਜੀ, ਵੈਸੇ ਤਾਂ ਕਈ ਕਾਰਨ ਹੋ ਸਕਦੇ ਆ ਇਸ ਚੀਜ਼ ਦੇ, ਤੇ ਮੁੱਖ ਕਾਰਨਾਂ ਦੇ ਵਿੱਚੋਂ ਇੱਕ ਤਾਂ ਮੈਂ ਗਿਣਦਾ ਜੀ ਕਿ ਅਕਸਰ ਹੀ ਕੈਂਡੀਡੇਟ ਜਿਹੜੇ ਐਪਲੀਕੈਂਟਸ ਆ ਉਹ ਜੋ ਉਹਨਾਂ ਨੇ ਪਾਸਟ ਦੇ ਵਿੱਚ ਕਿਤੇ ਐਪਲੀਕੇਸ਼ਨ ਕਿਤੇ ਦਾਇਰ ਕੀਤੀ ਹੁੰਦੀ ਹੈ, US ਦੀ ਕੀਤੀ ਹੈ, UK ਦੀ ਕੀਤੀ ਹੈ, ਠੀਕ ਹੈ ਜੀ, ਉਹਨਾਂ ਨੂੰ ਜਿਹੜੇ ਏਜੰਟਸ ਹੈ, ਜਿਹੜੇ ਕੰਸਲਟੈਂਟਸ ਹੈ, ਉਹ ਇਹ ਵਹਿਮ ਪਾ ਦਿੰਦੇ ਆ ਕਿ ਤੁਸੀਂ ਜੀ ਸਾਰੀ ਆਪਣੀ ਹਿਸਟਰੀ ਹਾਈਡ ਕਰ ਲਓ, ਤੁਸੀਂ ਇਹ ਚੀਜ਼ ਨਾ ਸ਼ੋਅ ਕਰੋ ਕਿ ਤੁਹਾਡਾ ਕਿਤੋਂ ਰਿਫਿਊਜ਼ਲ ਲੱਗਿਆ ਜਾਂ ਤੁਹਾਨੂੰ ਐਂਟਰੀ ਤੋਂ ਰੋਕਿਆ ਗਿਆ, ਠੀਕ ਹੈ ਜੀ। ਔਰ ਜਿਹੜੇ ਸਾਡੇ ਭੋਲੇ ਭਾਲੇ ਜਿਹੜੇ ਐਪਲੀਕੈਂਟ ਹੁੰਦੇ ਆ ਉਹ ਇਹਨਾਂ ਚੀਜ਼ਾਂ ਦਾ ਯਕੀਨ ਕਰ ਲੈਂਦੇ ਤੇ ਇਸ ਇਨਫੋਰਮੇਸ਼ਨ ਨੂੰ ਹਾਈਡ ਕਰ ਲੈਂਦੇ ਆ। ਪਰ ਇਹ ਇਨਫੋਰਮੇਸ਼ਨ ਕਿਸੇ ਵੀ ਤਰੀਕੇ ਨਾਲ ਹਾਈਡ ਨਹੀਂ ਕੀਤੀ ਜਾ ਸਕਦੀ, ਟੂ ਬੀ ਵੈਰੀ ਓਨੈਸਟ, ਠੀਕ ਹੈ ਜੀ। ਤੁਹਾਡਾ ਜਦੋਂ ਪਾਸਪੋਰਟ ਨੰਬਰ ਚਲਾ ਗਿਆ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਸਾਰੀ ਡਿਟੇਲ ਤੁਹਾਡੀ ਫੈਚ ਆਊਟ ਕਰ ਹੀ ਲੈਣੀ ਹੈ ਜੀ, ਠੀਕ ਹੈ ਜੀ। ਸੋ ਇਹਨਾਂ ਚੀਜ਼ਾਂ ਨੂੰ ਹਾਈਡ ਕਰਨ ਦੀ ਬਜਾਏ ਜੋ ਉਹਨਾਂ ਚੀਜ਼ਾਂ ਪਿੱਛੇ ਜਿਹੜੇ ਅਸਲੀ ਕਾਰਨ ਹੁੰਦੇ ਆ ਉਹਨਾਂ ਨੂੰ ਐਕਸਪਲੇਨ ਕੀਤਾ ਜਾਵੇ, ਥੋਰਲੀ ਦੱਸਿਆ ਜਾਵੇ, ਠੀਕ ਹੈ ਜੀ। ਤੇ ਆਪਣੇ ਜੇ ਕੋਈ ਜੈਨੂਇਨ ਰੀਜ਼ਨ ਹੈ ਉਹ ਚੀਜ਼ ਨੂੰ ਤੁਸੀਂ ਸਾਹਮਣੇ ਢੰਗ ਤਰੀਕੇ ਦੇ ਨਾਲ ਪੇਸ਼ ਕਰੋ ਤੇ ਇਮੀਗ੍ਰੇਸ਼ਨ ਤੁਹਾਨੂੰ ਸਹੀ ਤਰੀਕੇ ਨਾਲ ਉਸੇ ਤਰੀਕੇ ਦੇ ਨਾਲ ਤੁਹਾਨੂੰ ਕਹਿ ਲਓ ਕਿ ਰਿਸਪੌਂਡ ਕਰਨਗੇ ਜੀ, ਠੀਕ ਹੈ ਜੀ। ਪਰ ਅੱਜ ਕੱਲ੍ਹ ਦੇ ਜਿਹੜੇ ਹਾਲਾਤ ਆ ਇਹ ਬੈਨ ਵਾਲੇ ਹੀ ਬਣੇ ਹੋਏ ਆ ਕਿਉਂਕਿ ਇਨਫੋਰਮੇਸ਼ਨ ਹਾਈਡ ਕਰਨ ਦਾ ਇੱਕ ਟ੍ਰੈਂਡ ਹੀ ਬਣ ਗਿਆ ਜੀ। ਹਾਂਜੀ ਕੁਲਜੀਤ ਜੀ, ਇਹਦੇ ਵਿੱਚ ਇੱਕ ਹੋਰ ਕਾਰਨ ਹੈਗਾ, ਜਿਵੇਂ ਕਹਿ ਦਈਏ ਕਿ ਜਿਵੇਂ ਆਪਾਂ ਅਪਲਾਈ ਜਿਹੜੇ ਵੀ ਆਪਾਂ ਇਮੀਗ੍ਰੇਸ਼ਨ ਤੋਂ ਅਪਲਾਈ ਕਰਵਾਉਂਦੇ ਆ, ਹਾਲਾਂਕਿ ਕਲਾਇੰਟ ਜਿਹੜਾ ਐਪਲੀਕੈਂਟ ਆ ਉਹਨੂੰ ਨਹੀਂ ਪਤਾ ਹੁੰਦਾ ਤੇ ਇਹਦਾ ਜਿਹੜਾ ਦੱਸਣ ਦਾ ਫਰਜ਼ ਤਾਂ ਜਿਹੜਾ ਹੈਗਾ ਇਮੀਗ੍ਰੇਸ਼ਨ ਵਾਲਾ ਜੋ ਵੀ ਕਰਦੇ ਅਪਲਾਈ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਜੇਕਰ ਉਹਨਾਂ ਨੇ ਪਹਿਲਾਂ ਕੀਤਾ ਹੋਇਆ ਅਪਲਾਈ ਤੇ ਇਹ ਚੀਜ਼ ਵੀ ਉਹ ਨਾ ਕਰਨ? ਹਾਂਜੀ, ਹਰ ਕੰਸਲਟੈਂਟ ਦਾ ਇਹ ਤਾਂ ਜੀ ਧੁਰੋਂ ਫਰਜ਼ ਹੀ ਬਣਦਾ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਨਾਂ ਨੂੰ ਸਹੀ ਇਨਫੋਰਮੇਸ਼ਨ ਦੇ ਕੇ ਚੱਲਿਆ ਜਾਵੇ। ਜਦੋਂ ਤੁਹਾਡੀ ਐਪਲੀਕੇਸ਼ਨ ਜਦੋਂ ਐਂਟਰ ਕਰ ਦਿੰਦੇ ਆ ਤੁਸੀਂ, ਉਦੋਂ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ, ਤੁਹਾਡੇ ਹੱਥਾਂ 'ਚ ਹੋਣੀ ਚਾਹੀਦੀ ਹੈ। ਤੁਹਾਡਾ ਆਪਣਾ ਪਾਸਵਰਡ ਔਰ ਤੁਹਾਡਾ ਜਿਹੜਾ ਲੌਗਇਨ ਆਈਡੀ ਹੈ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਐਪਲੀਕੇਸ਼ਨ ਦਾਇਰ ਹੋਣ ਤੋਂ ਬਾਅਦ, ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਜਿਹੜੀ ਆਪਣੀ ਫਾਈਲ ਹੈ ਉਹ 'ਤੇ ਕੀ ਪ੍ਰੋਸੈਸ ਚੱਲ ਰਿਹਾ। ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਦੇ 'ਚ ਜਿੰਨੀ ਪਾਰਦਰਸ਼ਤਾ ਹੋਵੇ ਉਨਾ ਹੀ ਚੰਗਾ ਹੈ ਜੀ। ਪਰ ਫਿਰ ਵੀ ਕਈ ਕਾਰਨਾਂ ਦੇ ਕਰਕੇ ਕੰਸਲਟੈਂਟਸ ਜਿਹੜੇ ਆ ਉਹ ਇਸ ਚੀਜ਼ ਤੋਂ ਗੁਰੇਜ਼ ਕਰਦੇ ਆ ਜੀ। ਕੁਲਜੀਤ ਜੀ, ਜੇ ਕਿਸੇ ਨੇ ਵੀਜ਼ਾ ਅਪਲਾਈ ਕਰਨਾ ਹੋਵੇ ਤਾਂ ਐਪਲੀਕੈਂਟ ਨੂੰ ਕਿੰਨਾ ਸਮਾਂ ਪਹਿਲਾਂ ਜਿਹੜਾ ਵੀਜ਼ੇ ਦੇ ਡਾਕੂਮੈਂਟ ਤਿਆਰ ਕਰਨੇ ਜਿਹੜੇ ਸ਼ੁਰੂ ਕਰਨੇ ਚਾਹੀਦੇ ਆ? ਵੇਖੋ ਜੀ, ਮੈਂ ਤਾਂ ਇਹ ਮੰਨ ਕੇ ਚੱਲਦਾ ਕਿ ਫਾਈਲਾਂ ਨੂੰ ਵੀਜ਼ੇ ਨਹੀਂ ਲੱਗਦੇ ਜੀ, ਠੀਕ ਹੈ ਜੀ। ਫਾਈਲਾਂ ਇਮੀਗ੍ਰੇਸ਼ਨਾਂ ਦੇ ਵਿੱਚ ਬਹੁਤ ਪਈਆਂ ਬਿਲਕੁਲ ਜੀ, ਪਰ ਫਾਈਲ ਨੂੰ ਵੀਜ਼ਾ ਲੱਗਣਾ ਹੀ ਜਿਹੜਾ ਲੱਗਣਾ।
ਔਰ ਪ੍ਰੋਫਾਈਲ ਤੇ ਕੰਮ ਕਰਨ ਦੇ ਲਈ ਵੈਸੇ ਤਾਂ ਬੰਦੇ ਦੀ ਉਮਰ ਵੀ ਲੰਘ ਜਾਂਦੀ ਹੈ, ਪਰ ਮੇਰੇ ਹਿਸਾਬ ਨਾਲ ਵੀ 6 ਤੋਂ 7 ਮਹੀਨੇ ਘੱਟੋ ਘੱਟ ਆਪਣੀ ਫਾਈਲ ਨੂੰ ਦੇ ਕੇ ਚੱਲਣ। ਜਿਸ ਦਿਨ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਐਂਟਰ ਹੋ ਜਾਂਦਾ ਜਾਂ ਕਹਿ ਲਓ ਕਿ ਉਹਨਾਂ ਦਾ ਵੀਜ਼ਾ ਹੋ ਜਾਂਦਾ, ਤੁਹਾਨੂੰ ਉਸੇ ਟਾਈਮ ਤੋਂ ਆਪਣਾ ਪ੍ਰੋਫਾਈਲ ਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ। ਇਹ ਨਹੀਂ ਵੀ ਜੇ ਆਪਾਂ ਵੀਜ਼ਾ ਅਪਲਾਈ ਕਰਨਾ ਤਾਂ ਮਹੀਨਾ ਪਹਿਲਾਂ ਆ ਕੇ ਬਾਅਦ ਚ ਤੁਸੀਂ ਕੰਸਲਟੈਂਟ ਨੂੰ ਕਹਿੰਦੇ ਰਹਿੰਦੇ ਹੋ ਕਿ ਵੀ ਹਾਂਜੀ ਸਾਡੇ ਡਾਕੂਮੈਂਟਸ ਰੈਡੀ ਕਰਵਾਓ, ਬਾਅਦ ਚੋਂ ਫਿਰ ਜਦੋਂ ਰਿਫਿਊਜ਼ ਹੋ ਜਾਂਦਾ ਫਿਰ ਉਹ ਹਾਂਜੀ। ਸੋ ਮੈਂ ਤਾਂ ਇਹ ਰეკਮੈਂਡ ਕਰਦਾ ਜੀ ਕਿ ਹਰ ਤੁਹਾਡਾ ਜੋ ਵੀ ਕੰਸਲਟੈਂਟ ਆ ਜਿਹਨੂੰ ਵੀ ਤੁਸੀਂ ਲਾਈਕ ਕਰਦੇ ਟਰਸਟ ਕਰਦੇ ਆ, ਕਮ ਸੇ ਕਮ 6 ਤੋਂ 7 ਮਹੀਨੇ ਉਹਦੇ ਨਾਲ ਤੁਹਾਨੂੰ 6 ਤੋਂ 7 ਮਹੀਨੇ ਪਹਿਲਾਂ ਹੀ ਜੁੜ ਜਾਣਾ ਚਾਹੀਦਾ, ਰਜਿਸਟਰ ਹੋ ਜਾਣਾ ਚਾਹੀਦਾ, ਬਿਲਕੁਲ ਜੀ, ਤਾਂ ਕਿ ਤੁਹਾਨੂੰ ਸਟੈਪ ਬਾਏ ਸਟੈਪ ਵਧੀਆ ਗਾਈਡੈਂਸ ਮਿਲੇ ਤੇ ਤੁਹਾਡਾ ਪ੍ਰੋਫਾਈਲ ਤੁਹਾਡੀ ਫਾਈਲ ਪੂਰੇ ਹਾਈ ਸਟੈਂਡਰਡਸ ਦੇ ਨਾਲ ਜੋ ਵੀ ਬੈਸਟ ਉਹਦੇ ਵਿੱਚ ਐਕਸਪਲੇਨ ਕੀਤਾ ਜਾ ਸਕਦਾ, ਜੋ ਵੀ ਤੁਹਾਡਾ ਪ੍ਰੋਫਾਈਲ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਜਾ ਸਕਦਾ ਉਹ ਸਹੀ ਢੰਗ ਨਾਲ ਹੋ ਸਕੇ, ਕਿਉਂਕਿ ਇਹਨਾਂ ਚੀਜ਼ਾਂ ਨੂੰ ਡਿਟੇਲ ਤੇ ਐਕਸਪਲੇਨੇਸ਼ਨ ਦੀ ਲੋੜ ਪੈਂਦੀ ਹੈ। ਜੀ ਸਰ। ਕੁਲਜੀਤ ਜੀ, ਹੋਰ ਕਿਹੜੀ ਅਹਿਮ ਜਾਣਕਾਰੀ ਤੁਸੀਂ ਦਰਸ਼ਕਾਂ ਨੂੰ ਸਾਡੇ ਨੂੰ ਦੇਣਾ ਚਾਹੁੰਦੇ ਆ ਜਿਹਦੇ ਨਾਲ ਉਹ ਕਿ ਆਪਦੀ ਫਾਈਲ ਦੇ ਵਿੱਚ ਜਿਹੜਾ ਹੈਗਾ ਵਧੀਆ ਤਰ੍ਹਾਂ ਅਪਲਾਈ ਕਰੇ ਤੇ ਉਹ ਜਿਹੜਾ ਬੈਨ ਤੋਂ ਬਚ ਸਕੇ, ਇਹਦੇ ਬਾਰੇ ਹੋਰ ਕੀ ਜਾਣਕਾਰੀ ਤੁਹਾਡੇ ਕੋਲੇ? ਵੈਲ, ਜਿਵੇਂ ਕਿ ਤੁਸੀਂ ਜਗਰਾਜ ਜੀ ਮੈਨੂੰ ਪਹਿਲਾਂ ਪੁੱਛਿਆ ਸੀ ਤੇ ਮੈਂ ਤੁਹਾਨੂੰ ਇੱਕ ਕਿਹਾ ਸੀ ਕਿ ਇਨਫੋਰਮੇਸ਼ਨ ਜਿਹੜੀ ਹੈ ਹਾਈਡ ਕੀਤੀ ਜਾਂਦੀ ਹੈ, ਉਸੇ ਤਰੀਕੇ ਨਾਲ ਗਲਤ ਇਨਫੋਰਮੇਸ਼ਨ ਦੇਣਾ ਵੀ ਇੱਕ ਬੈਨ ਦਾ ਵੱਡਾ ਕਾਰਨ ਹੈ ਜੀ। ਠੀਕ ਹੈ ਜੀ। ਔਰ ਗਲਤ ਇਨਫੋਰਮੇਸ਼ਨ ਸਾਡੇ ਪਿੰਡਾਂ ਦੇ ਭੋਲੇ ਭਾਲੇ ਲੋਕ ਕਿੱਦਾਂ ਪ੍ਰੋਵਾਈਡ ਕਰਦੇ ਜੀ, ਉਹ ਏਜੰਟ ਕੋਲ ਜਾਂਦੇ ਆ ਜੀ ਸਿੱਧੀ ਗੱਲ ਜਾ ਕੇ, ਕਿਉਂਕਿ ਕੱਲ੍ਹ ਨੂੰ ਫਾਈਲ ਲਾਉਣੀ ਹੁੰਦੀ ਹੈ, ਅੱਜ ਜਾ ਕੇ ਕਹਿਣਗੇ ਜੀ ਸਾਡੇ ਫੰਡ ਸ਼ੋ ਕਰ ਦਿਓ ਤੇ ਫੰਡ ਸ਼ੋ ਕਰ ਉਹਨਾਂ ਤੋਂ ਕਰਵਾ ਲੈਂਦੇ ਆ ਜੀ। ਠੀਕ ਹੈ ਜੀ। ਉਹਦਾ ਵਿਆਜ ਦਿੰਦੇ ਆ, ਜੋ ਮਰਜ਼ੀ ਕਰਦੇ, ਜੋ ਵੀ ਮਾਰਕੀਟ ਦੇ ਵਿੱਚ ਚੱਲਦਾ ਜੋ ਵੀ। ਠੀਕ ਹੈ ਜੀ। ਹੁਣ ਉਹ ਜਿਹੜੇ ਫੰਡਸ ਹੁੰਦੇ ਆ ਉਹਨਾਂ ਦਾ ਕੋਈ ਓਰੀਜਨ ਨਹੀਂ ਹੁੰਦਾ, ਪਤਾ ਨਹੀਂ ਹੁੰਦਾ ਕਿ ਉਹ ਪੈਸਾ ਕਿੱਥੋਂ ਆਇਆ, ਕੀ ਉਹ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਸੇਵ ਕੀਤਾ ਹੋਇਆ, ਇਹ ਚੀਜ਼ਾਂ ਸ਼ੋ ਨਹੀਂ ਹੁੰਦੀਆਂ। ਜਾਂ ਇਹਦੇ ਵਿੱਚ ਇਹ ਵੀ ਹੁੰਦਾ ਹੋਊਗਾ ਜਿਵੇਂ ਆਪਾਂ ਇੱਕ ਦਿਨ ਦੇ ਵਿੱਚ ਹੀ ਆਪਾਂ 4 ਲੱਖ ਜਾਂ 5 ਲੱਖ ਆਪਣੇ ਖਾਤੇ 'ਚ ਪਾਉਣੇ, ਇਹਦੇ ਵੀ ਸ਼ੱਕ ਦੇ ਦਾਇਰੇ 'ਚ ਆਉਂਦੇ ਆ। ਹਾਂਜੀ, ਇਹਨਾਂ ਚੀਜ਼ਾਂ ਨਾਲ ਸ਼ੱਕ ਦੇ ਘੇਰੇ ਦੇ ਵਿੱਚ ਆ ਜਾਂਦੇ ਆ ਜੀ। ਸੋ ਇਹ ਜਦੋਂ ਰੋਂਗ ਇਨਫੋਰਮੇਸ਼ਨ ਤੁਸੀਂ ਵਾਰ-ਵਾਰ ਪ੍ਰੋਵਾਈਡ ਕਰਦੇ ਹੋ, ਇਹਨਾਂ ਚੀਜ਼ਾਂ ਨੂੰ ਵੀ ਇਮੀਗ੍ਰੇਸ਼ਨ ਆਬਜ਼ਰਵ ਕਰਦੀ ਹੈ। ਇਹ ਇੱਕ ਮਿਸਲੀਡਿੰਗ ਇਨਫੋਰਮੇਸ਼ਨ ਹੈ, ਮਤਲਬ ਕਿ ਤੁਸੀਂ ਕਿਸੇ ਨੂੰ ਗਲਤ ਇਨਫੋਰਮੇਸ਼ਨ ਜਾਣਬੁੱਝ ਕੇ ਪ੍ਰੋਵਾਈਡ ਕਰ ਰਹੇ ਹੋ। ਸੋ ਇੱਦਾਂ ਦੀ ਕੰਡੀਸ਼ਨਸ ਦੇ ਵਿੱਚ ਜੀ ਤੁਹਾਨੂੰ ਬੈਨ ਲੱਗਣ ਦੇ ਵੱਡੇ ਚਾਂਸਸ ਹੁੰਦੇ ਆ। ਤੁਸੀਂ ਮੰਨੋਗੇ ਨਹੀਂ ਕਿ ਪਿਛਲੇ ਸਾਲ ਸੈਪਟੈਂਬਰ ਤੋਂ ਲੈ ਕੇ ਦਸੰਬਰ ਤੱਕ ਅਸੀਂ ਕਰੀਬਨ 450 ਕੇਸ ਜਿਹੜਾ ਹੈ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਅਸੀਂ ਤੁਹਾਡੀ ਫਾਈਲ ਨਹੀਂ ਲਗਾਵਾਂਗੇ, ਕਿਉਂਕਿ ਇਹਦਾ ਮੇਨ ਕਾਰਨ ਇਹ ਸੀ ਕਿ ਪਹਿਲਾ ਕੁਐਸਚਨ ਹੀ ਉਹਨਾਂ ਨੇ ਇਹ ਪੁੱਛਿਆ ਕਿ ਕੀ ਤੁਸੀਂ ਸਾਡੇ ਫੰਡ ਸ਼ੋ ਕਰ ਸਕਦੇ। ਅਸੀਂ ਇਹ ਚੀਜ਼ ਨੂੰ ਬਿਲਕੁਲ ਹੀ ਉਤਸ਼ਾਹਿਤ ਨਹੀਂ ਕਰਦੇ, ਕਿਉਂਕਿ ਇਹ ਬਹੁਤ ਹੀ ਅਨਲੌਫੁਲ ਚੀਜ਼ ਹੈ। ਇਹ ਚੀਜ਼ ਨੂੰ ਵੀ ਜੇ ਤੁਸੀਂ ਹੈਂਡਲ ਕਰਨਾ ਕਿਸੇ ਢੰਗ ਤਰੀਕੇ ਨਾਲ ਕੀਤਾ ਜਾ ਸਕਦਾ, ਪਰ ਇੱਦਾਂ ਏਜੰਟਾਂ ਨੂੰ ਪੈਸੇ ਦੇ ਕੇ ਆਪਣੇ ਫੰਡ ਸ਼ੋ ਕਰਵਾਉਣ ਨਾਲੋਂ ਬਿਹਤਰ ਹੈ ਕਿ ਤੁਸੀਂ ਥੋੜੀ ਦੇਰ ਵੇਟ ਕਰ ਲਓ ਔਰ ਚੰਗੇ ਕੰਸਲਟੈਂਟ ਤੋਂ ਚੰਗੀ ਸਲਾਹ ਲੈ ਕੇ ਚੱਲੋ। ਜੇਕਰ ਚੰਗੀ ਸਲਾਹ ਲਈ ਹੋਊਗੀ ਤਾਂ ਫਿਰ ਚੰਗਾ ਹੀ ਉਹਦਾ ਰਿਜ਼ਲਟ ਮਿਲੇਗਾ ਜੀ। ਕੁਲਜੀਤ ਜੀ, ਤੁਹਾਡੇ ਕੋਲੇ ਮੰਨ ਲਓ ਕਿਹੜਾ ਕੋਈ ਆਫਿਸ ਦੇ ਵਿੱਚ ਆਇਆ ਕਿ ਸਾਡਾ ਕੇਸ ਅਪਲਾਈ ਕਰ ਦਿਓ, ਤੁਸੀਂ ਮਨਾ ਕਰਤਾ ਕਿ ਦੁਬਾਰਾ ਹੋਰ ਕਿਤੋਂ ਕਿਸੇ ਏਜੰਟ ਤੋਂ ਗਲਤ ਜਿਹੜਾ ਹੈਗਾ ਦੇ ਕੇ ਇਨਫੋਰਮੇਸ਼ਨ ਦੇ ਨਾਲ ਕੋਈ ਏਜੰਟ ਉਹਨਾਂ ਦਾ ਅਪਲਾਈ ਕਰ ਦਿੰਦਾ, ਕੇਸ ਉਹਨਾਂ ਦਾ ਰਿਫਿਊਜ਼ ਹੋ ਗਿਆ, ਕਿ ਦੁਬਾਰਾ ਤੁਹਾਡੇ ਕੋਲ ਵਾਪਸ ਆਏ ਵੀ ਸਾਡਾ ਕੇਸ ਰਿਫਿਊਜ਼ ਹੋ ਗਿਆ? ਦੇਖੋ ਜਗਰਾਜ ਜੀ, ਬਹੁਤ ਵੱਡੀ ਮਾਰਕੀਟ ਹੈ ਜੀ। ਠੀਕ ਹੈ ਜੀ। ਅਸੀਂ ਨਹੀਂ ਕਰਾਂਗੇ, ਕੋਈ ਹੋਰ ਕਰ ਦੂਗਾ ਜੀ। ਇਹ 'ਚ ਕੋਈ ਵੱਡੀ ਥਾਂ ਤੇ ਵੈਸੇ ਕੰਪੀਟੀਸ਼ਨ ਇੰਨਾ ਹੋ ਗਿਆ। ਔਰ ਤੁਸੀਂ ਵੇਖੋਗੇ ਜ਼ਿਆਦਾਤਰ ਕੇਸ ਜਿਹੜੇ ਇਦਾਂ ਦੇ ਸੀਗੇ, ਕਈਆਂ ਦੇ ਉੱਪਰ ਬੈਨ ਵੀ ਲੱਗਿਆ, ਕਈਆਂ ਤੇ ਸਿੰਪਲ ਰਿਫਿਊਜ਼ਲ ਲੱਗੀ ਹੋਈ ਹੈ, ਉਹ ਫੇਰ ਸਾਡੇ ਕੋਲ ਘੁੰਮ ਫਿਰ ਕੇ ਵਾਪਸ ਆਉਂਦੇ ਆ ਜੀ। ਪਰ ਜਦੋਂ ਘੁੰਮ ਫਿਰ ਕੇ ਵਾਪਸ ਆਉਂਦਾ ਨੇ ਮਾੜੀ ਕਿਸਮਤ ਉਹਨਾਂ ਨੂੰ ਅੱਗੋਂ ਟੱਕਰਦੀ। ਕਾਰਨ ਕੀ ਆ? ਸਿੰਪਲ ਗੱਲ ਆ ਜੀ, ਜਮ੍ਹਾਂਬੰਦੀਆਂ, ਫਰਦਾਂ, ਜੇ ਫਾਰਮ, ਹੋਰ ਵੀ ਜਿੰਨੇ ਵੀ ਡਾਕੂਮੈਂਟਸ ਉਹਦੇ ਵਿੱਚ ਸ਼ੋਅ ਕੀਤੇ ਜਾ ਸਕਦੇ ਆ, ਉਹ ਸਾਰੀਆਂ ਜਿਹੜੇ ਜਾਲੀ ਏਜੰਟਾਂ ਤੋਂ ਜਾਲੀ ਡਾਕੂਮੈਂਟ ਬਣਵਾ ਕੇ ਲਾਏ ਹੁੰਦੇ ਉਹਨਾਂ ਨੇ ਜੀ। ਠੀਕ ਹੈ ਜੀ। ਜਦੋਂ ਉਹ ਸਾਡੇ ਕੋਲ ਦੁਬਾਰਾ ਫਾਈਲ ਅਪਲਾਈ ਕਰਨ ਦੇ ਲਈ ਆਉਂਦੇ ਆ ਤੇ ਉਹਨਾਂ ਕੋਲ ਉਹ ਡਾਕੂਮੈਂਟਸ ਹੁੰਦੇ ਨਹੀਂ। ਉਹਨਾਂ ਕੋਲ ਕਿਵੇਂ ਹੋਣਗੇ? ਉਹਨਾਂ ਦੇ ਜਾਲੀ ਬਣੇ ਹੁੰਦੇ। ਉਹ ਤਾਂ ਏਜੰਟ ਨੇ ਆਪਣਾ 40-50 ਹਜ਼ਾਰ ਰੁਪਏ ਬਣਾਉਣਾ ਸੀਗਾ, ਇਹਨਾਂ ਕੰਮਾਂ ਦੇ ਵਿੱਚ ਬਣਾ ਲਿਆ। ਠੀਕ ਹੈ ਜੀ। ਤੇ ਤੁਹਾਡੀ ਫਾਈਲ ਨੂੰ ਉਹਨੇ ਕਹਿ ਲਓ ਕਿ ਸਟ੍ਰੈਂਡਡ ਇਨ ਦਾ, ਠੀਕ ਹੈ ਜੀ, ਮਾਰੂਥਲ ਦੇ ਵਿੱਚ ਛੱਡਤੀ ਹੈ ਜੀ। ਬਿਲਕੁਲ ਠੀਕ ਹੈ ਜੀ। ਤੁਹਾਡੇ ਉਹਦਾ ਕੋਈ ਲੈਣਾ ਦੇਣਾ ਨਹੀਂ ਤੁਹਾਡੀ ਫਾਈਲ ਦਾ, ਅੱਗੇ ਕੀ ਪ੍ਰੋਸੈਸ ਆ ਇਹ ਤਾਂ ਤੁਸੀਂ ਆਪ ਵੇਖਣਾ ਹੈ। ਤੁਸੀਂ ਆਪ ਵੇਖਣਾ ਕਿ ਤੁਹਾਡਾ ਜਿਹੜਾ ਸਪਾਊਸ ਆ ਕੈਨੇਡਾ ਦੇ ਵਿੱਚ ਬੈਠਾ ਹੈ, ਠੀਕ ਹੈ ਜੀ, ਲੀਗਲੀ ਤੁਸੀਂ ਉਹਦੇ ਕੋਲ ਜਾਣਾ ਹੈ, ਠੀਕ ਹੈ। ਆਪਣੇ ਫਿਊਚਰ ਨੂੰ ਖਤਰੇ ਦੇ ਵਿੱਚ ਤੁਸੀਂ ਪਾ ਕੇ ਚੱਲਣਾ ਜਾਂ ਸਿੰਪਲ ਸਹੀ ਤਰੀਕੇ ਦੇ ਨਾਲ ਅਪਲਾਈ ਕਰਨਾ, ਇਹ ਤੁਹਾਡਾ ਆਪਣਾ ਵੇਖਣਾ ਫਰਜ਼ ਬਣਦਾ। ਅਦਰਵਾਈਜ਼ ਜੇ ਜੰਗਲ 'ਚ ਸ਼ੇਰ ਬੈਠਾ, ਤੁਸੀਂ ਸ਼ੇਰ ਦਾ ਦੰਦ ਨਹੀਂ ਵੱਢੀ ਤਰ੍ਹਾਂ, ਮਤਲਬ ਨਹੀਂ ਸ਼ੇਰ ਵੀ ਤੁਹਾਡਾ ਦੰਦ ਨਹੀਂ ਵੱਢੂਗਾ। ਨਹੀਂ, ਬਿਲਕੁਲ ਜੀ, ਬਿਲਕੁਲ। ਠੀਕ ਹੈ, ਇਹ ਗੱਲ ਇਹਦਾ ਸਿੰਪਲ ਗੱਲ ਆ ਜੀ। ਜਗਰਾਜ ਜੀ, ਪ੍ਰਮੁੱਖ ਕਾਰਨ ਆ ਜਿਹੜੇ ਬੈਨ ਲੱਗਣ ਦੇ, ਉਹਨਾਂ ਵਿੱਚ ਮੈਂ ਵੇਖਿਆ ਕਿ ਵੀ ਇਨਫੋਰਮੇਸ਼ਨ ਹਾਈਡ ਕਰਨਾ ਸਭ ਤੋਂ ਵੱਡਾ ਕਾਰਨ ਬਣਦਾ ਹੈ ਜੀ। ਠੀਕ ਹੈ ਜੀ। ਅਕਸਰ ਹੀ ਸਾਡੇ ਜਿਹੜੇ ਪੰਜਾਬੀ ਵੀਰ ਹੁੰਦੇ ਆ, ਕਿਸੇ ਬਾਹਰਲੇ ਮੁਲਕ ਜਾ ਕੇ ਆਏ ਹੁੰਦੇ ਆ, ਕੋਈ ਮਲੇਸ਼ੀਆ ਗਿਆ, ਕੋਈ ਦੁਬਈ ਗਿਆ, ਕੋਈ ਦੁਬਈ 'ਚ ਗਿਆ, ਕੋਈ ਕਿਸੇ ਹਾਂਜੀ ਜੀ ਯੂਰਪੀਅਨ ਕੰਟਰੀਜ਼ ਦੇ ਵਿੱਚ, ਕੈਨੇਡਾ, ਆਸਟ੍ਰੇਲੀਆ, ਤੇ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੀ ਹਿਸਟਰੀ ਹਾਈਡ ਕਰਨਾ ਚਾਹੁੰਦੇ ਆ, ਟਰੈਵਲ ਹਿਸਟਰੀ ਨਹੀਂ ਸ਼ੋ ਕਰਨਾ ਜੀ। ਠੀਕ ਹੈ ਜੀ।
ਉਦੋਂ ਉਹ ਕੀ ਕਰਦੇ ਆ, ਕਿਸੇ ਨਾ ਕਿਸੇ ਏਜੰਟ ਕੋਲੇ ਜਾਂਦੇ ਆ, ਆਪਣੀ ਫਾਈਲ ਅਪਲਾਈ ਕਰਨ, ਕਿਸੇ ਕੰਸਲਟੈਂਟ ਕੋਲ ਜਾਂਦੇ ਆ, ਉਹ ਅੱਗੋਂ ਉਹਨਾਂ ਨੂੰ ਗੁੰਮਰਾਹ ਕਰ ਦਿੰਦੇ ਆ ਜੀ ਕਿ ਹਾਂਜੀ ਜੇ ਤੂੰ ਇਦਾਂ ਕਰ ਲੇਗਾ ਤਾਂ ਹੋ ਸਕਦਾ, ਇਦਾਂ ਕਰ ਲੇਗਾ ਹੋ ਸਕਦਾ। ਸਿੰਪਲੀ ਇੱਕ ਪਾਸਪੋਰਟ ਨੰਬਰ ਚੇਂਜ ਕਰਨ ਨਾਲ ਉਹਨਾਂ ਨੂੰ ਲੱਗਦਾ ਕਿ ਸਾਰੀ ਇਨਫੋਰਮੇਸ਼ਨ ਹਾਈਡ ਹੋ ਜੂਗੀ ਜੀ, ਜਿਹੜਾ ਕਿ ਪੋਸੀਬਲ ਨਹੀਂ। ਹਰ ਕੰਟਰੀ ਦੀ, ਹਰ ਮੁਲਕ ਦੇ ਜਿਹੜੇ ਕੌਂਸੂਲੇਟ ਹੈਗੇ ਆ, ਉਹਨਾਂ ਦੇ ਕੋਲੇ ਆਪਣੇ ਰਿਸੋਰਸਸ ਹੈਗੇ ਇਹ ਚੀਜ਼ਾਂ ਫਾਈਂਡ ਆਊਟ ਕਰਨ ਦਾ ਕਿ ਵੀ ਬੰਦੇ ਦੀ ਟਰੈਵਲ ਹਿਸਟਰੀ ਜਾਂ ਕ੍ਰਿਮੀਨਲ ਹਿਸਟਰੀ ਕੀ ਹੈਗੀ ਹੈ ਜੀ, ਠੀਕ ਹੈ ਜੀ। ਸੋ ਇਹਨਾਂ ਚੀਜ਼ਾਂ ਨੂੰ ਹਾਈਡ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੀ। ਸੋ ਆਪਣੇ ਸਹੀ ਕਾਨੂੰਨ ਢੰਗ ਦੇ ਨਾਲ ਇਹਨਾਂ ਚੀਜ਼ਾਂ ਨੂੰ, ਜੋ ਤੱਥ ਹੈ ਉਹਨਾਂ ਨੂੰ ਤੱਥਾਂ ਵਾਂਗੂ ਸਹੀ ਤਰੀਕੇ ਨਾਲ ਰੱਖਿਆ ਜਾਵੇ ਤੇ ਡੈਫੀਨਿਟਲੀ ਤੁਹਾਡੀ ਜਿਹੜੀ ਫਾਈਲ ਹੈ ਸ਼ਾਇਦ ਉਹ ਕਹਿ ਲਓ ਕਿ ਤੁਹਾਡਾ ਵੀਜ਼ਾ ਦੀ ਜਿਹੜੀ ਐਪਲੀਕੇਸ਼ਨ ਆ ਉਹ ਸਕਸੈਸਫੁਲ ਵੀ ਹੋ ਸਕਦੀ ਹੈ ਤੇ ਕਿੱਥੇ ਤੁਸੀਂ ਇਨਫੋਰਮੇਸ਼ਨ ਹਾਈਡ ਕਰਨ ਕਰਕੇ ਬੈਨ ਲਗਵਾ ਸਕਦੇ ਹੋ ਜੀ। ਇਹੀ ਕਾਰਨ ਹੈ ਵੀਜ਼ਾ ਬੈਨ ਜਿਹੜਾ ਲੱਗਦਾ। ਹਾਂਜੀ ਹਾਂਜੀ। ਕੁਲਜੀਤ ਜੀ, ਇੱਕ ਜਿਹੜੀ ਬਹੁਤ ਹੀ ਜ਼ਿਆਦਾ ਅਹਿਮ ਸਵਾਲ ਹੈ, ਜਿੱਦਾਂ ਕਿ ਮੇਰੇ ਵੀ ਸੰਪਰਕ ਦੇ ਵਿੱਚ ਮੇਰੇ ਦੋਸਤ ਵੀ ਆਏ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਜਿਹੜਾ ਹੈਗਾ ਏਜੰਟ ਕੋਲੋਂ ਵੀਜ਼ਾ ਅਪਲਾਈ ਕਰਾਇਆ ਸੀਗਾ, ਵੀ ਅਸੀਂ ਤਾਂ ਸਾਰਾ ਕੁਝ ਹੀ ਸਾਡਾ ਉਹਨੇ ਕੀਤਾ ਹੈਗਾ, ਅਸੀਂ ਤਾਂ ਸਿਰਫ ਪਾਸਪੋਰਟ ਕੁਝ ਹੋਰ ਡਾਕੂਮੈਂਟਸ ਜਿਹੜੇ ਦਿੱਤੇ ਆ। ਹੁਣ 5 ਮਹੀਨੇ ਕਰੀਬ ਹੋਣ ਵਾਲੇ ਤੇ ਸਾਨੂੰ ਜਿਹੜਾ ਏਜੰਟ ਕੁਝ ਦੱਸ ਨਹੀਂ ਰਿਹਾ ਵੀ ਸਾਡੇ ਵੀਜ਼ੇ ਦਾ ਕੀ ਬਣਿਆ, ਵੀ ਕਿਤੇ ਸਾਡਾ ਵੀਜ਼ਾ ਬੈਨ ਤਾਂ ਨਹੀਂ ਹੋ ਗਿਆ। ਸਾਨੂੰ ਇਹਦੇ ਬਾਰੇ ਕਿਵੇਂ ਅਸੀਂ ਜਿਹੜਾ ਜਾਣ ਸਕਦੇ, ਇਹਦੇ ਬਾਰੇ ਕੀ ਜਾਣਕਾਰੀ ਆ, ਵੀ ਸਾਨੂੰ ਕਿਵੇਂ ਪਤਾ ਲੱਗ ਸਕਦਾ? ਜਗਰਾਜ ਜੀ, ਲੋਕ ਮਨਾਂ ਦੇ ਵਿੱਚ ਇਸ ਚੀਜ਼ ਦਾ ਡਰ ਹੈ ਜੀ, ਔਰ ਇਹ ਡਰ ਬਣਨਾ ਜਾਇਜ਼ ਵੀ ਹੈ ਜੀ, ਠੀਕ ਹੈ ਜੀ। ਕਿਉਂਕਿ ਕਿਸੇ ਦਾ ਕੋਈ ਭਰੋਸਾ ਨਹੀਂਗਾ, ਕੋਈ ਏਜੰਟ ਕੱਲ ਤੁਹਾਡੀ ਫਾਈਲ ਦੇ ਉੱਪਰ ਕੀ ਡਾਕੂਮੈਂਟੇਸ਼ਨ ਕਰਦਾ ਹੈ, ਕਿਹੜੀ ਇਨਫੋਰਮੇਸ਼ਨ ਉਹ ਇਮੀਗ੍ਰੇਸ਼ਨ ਪ੍ਰੋਵਾਈਡ ਕਰਦਾ, ਠੀਕ ਹੈ ਜੀ। ਉਹ ਸਾਰਾ ਫਿਊਚਰ ਤੁਹਾਡਾ ਉਹਦੇ ਤੇ ਨਿਰਭਰ ਹੁੰਦਾ ਜੀ, ਠੀਕ ਹੈ ਜੀ। ਸੋ ਡਰਨਾ ਜਾਇਜ਼ ਹੈ। ਮੈਂ ਇਸੇ ਕਰਕੇ ਐਪਲੀਕੈਂਟ ਦੇ ਮਨ ਦੇ ਵਿੱਚ ਡਰ ਹੁੰਦਾ ਹਾਂਜੀ ਜੀ। ਪਰ ਇਹ ਚੀਜ਼ ਨਾ ਦੋ ਚੀਜ਼ਾਂ ਤੇ ਡਿਪੈਂਡ ਕਰਦੀ ਹੈ ਜੀ। ਇੱਕ ਤਾਂ ਹੈਗਾ ਜੀ ਫਾਈਲ ਕਿੱਥੋਂ ਅਪਲਾਈ ਕੀਤੀ ਹੈ, ਕੀ ਤੁਹਾਡਾ ਜਿਹੜਾ ਕੰਸਲਟੈਂਟ ਹੈ ICCRC ਮੈਂਬਰ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ। ਦੂਸਰਾ ਹੈਗਾ ਜੀ ਕਿ ਉਹ ਜਿਹੜਾ ਕੰਸਲਟੈਂਟ ਆਪਣੇ ਹੈਗੇ ਆ ਪੰਜਾਬ ਦੇ ਵਿੱਚ ਉਹਨਾਂ ਚੋਂ ਹੀ ਆ, ਕਿਉਂਕਿ ਜੇ ਆਮ ਕੰਸਲਟੈਂਟ ਆ ਤੇ ਉਹ ਤੁਹਾਡੇ GCK ਅਕਾਊਂਟ ਕ੍ਰੀਏਟ ਕਰੂਗਾ, ਤੁਹਾਡਾ ਪਾਸਵਰਡ ਆਪਣਾ ਹੋਊਗਾ ਉਹਦੇ ਵਿੱਚ, ਉਹ ਇਨਫੋਰਮੇਸ਼ਨ ਲੈਣ ਦੇ ਤੁਸੀਂ ਪੂਰੇ ਹੱਕਦਾਰ ਹੈ ਕਿਉਂਕਿ ਉਹ ਤੁਹਾਡੀ ਆਪਣੀ ਇਨਫੋਰਮੇਸ਼ਨ, ਠੀਕ ਹੈ ਜੀ। ਤੁਸੀਂ ਕਦੇ ਵੀ ਇਨਫੋਰਮੇਸ਼ਨ ਨੂੰ ਉਸ ਨੂੰ ਯੂਜ਼ ਕਰਕੇ ਆਪਣਾ ਆਨਲਾਈਨ ਜਿਹੜਾ ਅਕਾਊਂਟ ਉਹਨੂੰ ਐਕਸੈਸ ਕਰ ਸਕਦੇ ਆ ਔਰ ਆਪਣਾ ਟਾਈਮ ਟੂ ਟਾਈਮ ਅਪਡੇਟ ਵੀ ਤੁਹਾਨੂੰ ਮਿਲਦੇ ਰਹਿਣਗੇ ਜੀ। ਪਰ ਜੇ ਤੁਸੀਂ ICCRC ਮੈਂਬਰ ਤੋਂ ਆਪਣੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਣੇ ਆ, ਆਪਣੇ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਉਹਨਾਂ ਤੋਂ ਕਰਵਾਉਣੇ ਆ, ਤਾਂ ਸਿੰਪਲੀ ਉਹ ਤੁਹਾਡੀ ਸਾਰੀ ਫਾਈਲ ਦੇ ਜ਼ਿੰਮੇਦਾਰ ਹੋ ਜਾਂਦੇ ਆ ਜੀ। ਉਹਨਾਂ ਦਾ ਫਰਜ਼ ਜ਼ਰੂਰ ਬਣਦਾ ਕਿ ਸਮੇਂ ਤੋਂ ਸਮੇਂ ਤੁਹਾਨੂੰ ਅਪਡੇਟ ਦਿੰਦੇ ਰਹਿਣ, ਤੁਹਾਡੀ ਜਿਹੜੀ ਫਾਈਲ ਚੱਲ ਰਹੀ ਹੈ ਜਿੱਤੇ ਜਿਹੜਾ ਕੇਸ ਲੱਗਾ ਹੋਇਆ ਉਹਦੇ ਤੇ ਤੁਹਾਨੂੰ ਲਗਾਤਾਰ ਅਪਡੇਟ ਮਿਲਦੇ ਰਹਿਣ ਕਿ ਕੀ ਚੇਂਜ ਹੋ ਰਿਹਾ ਉਹਦੇ ਵਿੱਚ। ਜੇ ਕੋਈ ਡਾਕੂਮੈਂਟੇਸ਼ਨ ਤੁਹਾਡੇ ਤੋਂ ਮੰਗੀ ਗਈ ਹੈ ਜਾਂ ਐਕਸਪਲੇਨੇਸ਼ਨ ਮੰਗੀ ਗਈ ਹੈ, ਉਹ ਤੁਹਾਨੂੰ ਦੱਸਣਾ ਉਹਨਾਂ ਦਾ ਫਰਜ਼ ਬਣਦਾ। ਉਹਨਾਂ ਤੋਂ ਤੁਸੀਂ ਐਕਸੈਸ ਨਹੀਂ ਲੈ ਸਕਦੇ। ਐਕਸੈਸ ਨਾ ਲੈਣ ਦਾ ਕਾਰਨ ਹੁੰਦਾ ਜੀ ਕਿ ਉਹਨਾਂ ਕੋਲ ਇੱਕ ਪੋਰਟਲ ਹੁੰਦਾ ਜੋ ਇਮੀਗ੍ਰੇਸ਼ਨ ਨੇ ਆਪ ਪ੍ਰੋਵਾਈਡ ਕੀਤਾ ਹੁੰਦਾ ਉਹਨਾਂ ਨੂੰ, ਠੀਕ ਹੈ ਜੀ। ਔਰ ਉਹ ਪੋਰਟਲ ਦੇ ਵਿੱਚ ਜਿਹੜੀਆਂ ਹੋਰ ਅਨੇਕਾਂ ਹੀ ਫਾਈਲਾਂ ਉਹਨਾਂ ਦੇ ਵਿੱਚ ਲੱਗੀਆਂ ਹੁੰਦੀਆਂ ਇੱਕੋ ਪੋਰਟਲ ਦੇ ਵਿੱਚ, ਸੋ ਉਹ ਐਕਸੈਸ ਨਹੀਂ ਮਿਲ ਸਕਦੀ। ਪਰ ਜਿਹੜਾ ਤੁਹਾਡਾ ਪਰਸਨਲ GCK ਅਕਾਊਂਟ ਕ੍ਰੀਏਟ ਕੀਤਾ ਜਾਂਦਾ, ਉਹ ਇਨਫੋਰਮੇਸ਼ਨ ਤੁਸੀਂ ਹਮੇਸ਼ਾ ਹੀ ਪਾਸਵਰਡ ਔਰ ਲੌਗਇਨ ID ਉਹ ਹਮੇਸ਼ਾ ਲੈ ਸਕਦੇ ਹੋ ਤੁਸੀਂ ਜੀ। ਉਹਦੇ ਰਾਹੀਂ ਆਪਾਂ ਆਨਲਾਈਨ ਚੈੱਕ ਵੀ ਕਰ ਸਕਦੇ ਹਾਂ। ਹਾਂਜੀ ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਕੁਲਜੀਤ ਜੀ, ਤੁਸੀਂ ਅੱਜ ਸਮਾਂ ਦਿੱਤਾ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਸਾਨੂੰ ਆਸ ਹੈ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਊਗੀ ਤੇ ਉਹਨਾਂ ਦੇ ਕੰਮ ਵੀ ਆਊਗੀ। ਸੋ ਦਰਸ਼ਕੋ, ਦੇਖਦੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ, ਤੇ ਫਿਰ ਮਿਲਦੇ ਆ ਕੋਈ ਅਹਿਮ ਜਾਣਕਾਰੀ ਦੇ ਨਾਲ। ਤਦ ਤੱਕ ਲਈ ਹੁਣ ਸਾਨੂੰ ਦਿਓ ਆਗਿਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।